सत्कारयोग साध संगत जी निमित्ता सहित आपको फतेह अर्ज करते हैं। वाहिगुरू जी का खालसा वाहिगुरू जी की फतेह। आपके दर्शन करके खुशी हुई है। मैं थोड़ा सारिਆਂ ਦਾ बहुत ज़्यादा नहीं है ਜਿਹੜਾ ਐਤਕੀ पार्लीमेंट के इलैक्शਨਾਂ ਦੇ ਵਿੱਚ आप जी ने साडी पार्टी ਨੂੰ फतेह ਕਰਨ ਦਾ फतवा दिता है। ਇਹ ਇਨਕਲਾਬੀ पार्टी है ਜਿਹੜੀ संत जरनैल सिंह ਢਿੰਗਰਾਵਾਲਿਆਂ ਦੀ सोच ਨੂੰ ਲੈ ਕੇ ਹੁਣ पार्लीमेंट ਦੇ ਵਿੱਚ ਪਹੁੰਚੀ है। ਇਹਦੇ ਮਸਲੇ ਸਿੱਖਾਂ ਦੇ ਹੈਗੇ ਆ, ਘੱਟ ਗਿਣਤੀਆਂ ਦੇ ਆ, ਰੰਗਰੇਟੇ ਸਿੱਖਾਂ ਦੇ ਆ, ਗਰੀਬਾਂ ਦੇ ਆ ਤੇ ਜਿਹੜੇ ਹਿੰਦੂ ਜਿਨ੍ਹਾਂ ਨੂੰ ਜਗ੍ਹਾ ਨਹੀਂ ਮਿਲਦੀ ਸਿਆਸਤ ਉਹਨਾਂ ਦੀ ਵੀ ਇਹੀ ਪਾਰਟੀ ਹੈ। ਇਸ ਕਰਕੇ ਅੱਜ ਛਪਾਰ ਦੇ ਮੇਲੇ ਦੇ ਉੱਤੇ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਸਾਨੂੰ ਸਿੱਖ ਕੌਮ ਨੂੰ ਹਿੰਦੂਤਵਾ ਨੇ ਗਲੀ ਗੇੜੇ ਦੇ ਵਿੱਚ ਪਾਇਆ ਹੋਇਆ ਹੈ। ਸਾਡੇ ਜਿਹੜੇ ਮਸਲੇ ਹੈ ਉਹ ਜਿਉਂ ਦੇ ਤਿਉਂ ਫਸੇ ਪਏ ਆ। ਜਿਵੇਂ ਸਾਡੇ 30 ਸਾਲਾਂ ਤੋਂ ਸਿੱਖ ਬੰਦੀ ਜਿਨ੍ਹਾਂ ਨੇ ਆਜ਼ਾਦੀ ਦੇ ਜੰਗ ਦੇ ਵਿੱਚ ਹਿੱਸਾ ਲਿਆ ਉਹਨਾਂ ਨੂੰ ਅਜੇ ਤੱਕ ਜੇਲ੍ਹਾਂ ਦੇ ਵਿੱਚੋਂ ਨਹੀਂ ਕੱਢਿਆ। ਹੁਣ ਜੇ ਸਾਡਾ ਰਾਜ ਹੋਵੇ ਜਿਵੇਂ गुरु गोबिंद सिंह पातशाह ने किया है, इन गरीब सिखों को दो पातशाही। पातशाही की होती है जिहड़ी हुकूमत दिल्ली तो होती है, उहदे विच सारे मसले हल हो जाते हैं जदों अपनी कौम दे कोले अपनी हुकूमत आउगी। ये चीज समझण की लोड़ है। हुण जे 30 साडे सिख जिहड़े जिन्हां ने कुर्बानियां कीतियां संघर्ष दे विच हिस्सा लिया उन्हां नूं दिल्ली की हुकूमत बीजेपी के सारे नहीं रिहा करते, पर दूसरे बन्ने जो किसी को नीचे दिखाना होंगे 15 अगस्त हरेक साल सानू दसिया जाता है कि ये आज़ादी का दिवस है। तो इस 15 अगस्त को मोदी ते बीजेपी सरकार ने एक मुसलमान बीबी सी गुजरात की बीबी बाणो उसनूं 11 बंदियां ने फड़ के उहदे उत्ते जबर जनाह कीता। उहदे 12 रिश्तेदार मारते। वो जिहड़े कातिल सीगे उन्हां नूं उम्र सजा हो गई। बलात्कार ते कतल के दोषी छेती नहीं छुप सकते। उन्होंने 30-40 साल जेल के रखा जाता है। पर पिछले 15 अगस्त को वो बीपी के बलात्कारी जिन्हों ने कतल किया सारे छड्ड दिते। क्यों करके हिंदुत्व के हाथ दे विच ताकत है। जो ताकत आती है फिर कानून तुहाडे हाथ दे विच आउंदा है। जिन्ना चेर
ਆਪਾਂ ਆਜ਼ਾਦ ਨਹੀਂ ਹੋਵਾਂਗੇ। ਸਾਡੇ ਉੱਤੇ ਇਹੋ ਜਿਹੇ ਛੋਟੇ ਛੋਟੇ ਕੰਮ ਕਰਾਉਣ ਦੇ ਲਈ ਵੱਡੇ ਇਜਲਾਸ ਕਰਾਉਣੇ ਪੈਣਗੇ। ਗਲੀ ਗਲੀ ਦੇ ਵਿੱਚ ਜਾਣਾ ਪਊਗਾ। ਜੇ 11-12 ਬਲਾਤਕਾਰੀਆਂ ਨੂੰ, ਕਾਤਲਾਂ ਨੂੰ 15 ਅਗਸਤ ਨੂੰ ਕਹਿ ਕੇ ਕਿ ਇਸ ਆਜ਼ਾਦੀ ਦਾ ਦਿਵਸ ਹੈ, ਫਿਰ ਉਹ ਜਿਹੇ ਬਦਮਾਸ਼ਾਂ ਨੂੰ ਆਜ਼ਾਦੀ ਵਾਲੇ ਦਿਨ ਰਿਹਾ ਕਰਨਾ ਤੁਹਾਨੂੰ ਮੁਸਲਮਾਨ, ਈਸਾਈ ਤੇ ਅੰਗਰੇਜ਼ਾਂ ਨੂੰ ਕੀ ਦਿਖਾ ਦੇ ਰਹੇ ਆ ਕਿ ਅਸੀਂ ਜੋ ਮਰਜ਼ੀ ਸਾਡੀ ਕੌਮ ਦਾ ਕਰੇ ਉਸ ਨੂੰ ਅਸੀਂ ਰਿਹਾ ਕਰ ਦਿੰਦੇ ਹਾਂ। ਸਾਡੇ 30 ਸਿੱਖ 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੈਠੇ ਹੈ ਕਿ ਉਹਨਾਂ ਦੀ ਵਾਰੀ ਨਹੀਂ ਹੈ ਕਿ ਹੁਣ ਰਿਹਾ ਹੋ ਜਾਣ, ਪਰ ਨਹੀਂ, ਸਾਡੇ ਹੱਥ ਦੇ ਵਿੱਚ ਤਾਕਤ ਨਹੀਂ ਹੈ। ਦੂਸਰੀ ਗੱਲ ਹੈ, ਜੇ 1925 ਦੇ ਵਿੱਚ STPC ਦਾ ਕਾਨੂੰਨ ਬਣਿਆ, ਉਹਦੇ ਇਲੈਕਸ਼ਨ ਹਰੇਕ 5 ਸਾਲ ਦੇ ਬਾਅਦ ਹੋਣੇ ਚਾਹੀਦੇ ਹੈ। ਹੁਣ 15 ਸਾਲ ਹੋ ਗਏ ਹੈ, ਉਹਦੇ ਇਲੈਕਸ਼ਨ ਹੀ ਨਹੀਂ ਹਕੂਮਤ ਸਥਿਤੀ ਦੀ ਕਰਾ ਰਹੀ। ਫਿਰ ਗਲੀ ਗੇੜੇ ਦੇ ਵਿੱਚ ਪਾਈ ਜਾਂਦੇ ਆ। ਕਿਸਾਨਾਂ ਦੇ ਮਸਲੇ ਹੈ, MSP ਦੀ ਗੱਲ ਹੈ। ਇੱਥੇ ਪੱਪੂ ਜੀ ਨੇ ਮੂੰਗੀ ਦੀ ਦਾਲ ਦੀ ਗੱਲ ਕੀਤੀ ਹੈ, ਤੁਸੀਂ ਸਾਰਿਆਂ ਨੇ ਹੱਥ ਖੜੇ ਕੀਤੇ ਹੈ ਕਿ ਸਾਨੂੰ MSP ਨਹੀਂ ਮਿਲੀ, ਤੇ ਕਿਸਾਨਾਂ ਦਾ ਮੋਰਚਾ ਪੂਰਾ ਸਾਲ ਚੱਲਦਾ ਰਿਹਾ ਕਿ ਅਸੀਂ ਉਸ ਸਾਲ ਦੇ ਵਿੱਚ ਹੋਰ ਕੰਮ ਕਰਕੇ ਆਪਣੀ ਖੇਤੀ ਤੇ ਆਪਣੀ ਮਜ਼ਦੂਰੀ ਨੂੰ ਵਧਾ ਨਹੀਂ ਸੀ ਸਕਦੇ। ਸੋ ਇਹੋ ਜਿਹੇ ਕੰਮਾਂ ਦੇ ਵਿੱਚ ਸਾਨੂੰ ਉਲਝਾ ਦਿੱਤਾ। ਪਾਣੀਆਂ ਦਾ ਮਸਲਾ ਆ ਗਿਆ। ਸੁਖਬੀਰ ਸਿੰਘ ਕਹਿੰਦਾ ਹੈ ਕਿ ਜੇ ਇੱਕ ਬੂੰਦ ਵੀ ਪਾਣੀ ਦੀ ਹਰਿਆਣੇ ਨੂੰ ਦੇਤੀ ਤੇ ਮੈਂ ਸ਼ਹਾਦਤ ਲੈ ਲੈਣੀ ਹੈ। ਸੁਖਬੀਰ ਸਿੰਘ ਤੇ ਬਾਦਲ ਨੇ ਆਪਣੇ ਰਾਜ ਦੇ ਵਿੱਚ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸੌਦੇ ਸਾਥ ਤੋਂ ਕਰਾਈਆਂ। ਅਗਲੇ ਪਿੰਡ 2 ਸਿੰਘ ਸ਼ਹੀਦ ਕਰਾਤੇ ਹੈ। ਕੋਟ ਕਪੂਰੇ ਦੇ ਵਿੱਚ ਗੋਲੀ ਚਲਾਈ ਸਿੱਖਾਂ ਦੇ ਉੱਤੇ, ਔਰ ਸਾਧ ਸੰਗਤ ਜੀ 328 ਬੀੜਾ ਮਹਾਰਾਜ ਦੀਆਂ STPC ਨੇ ਵੇਚਤੀਆਂ ਜਾਂ ਗੁੰਮ ਕਰਤੀਆਂ। ਸਾਨੂੰ ਉਸ ਦਾ ਨਹੀਂ ਪਤਾ। ਫਿਰ ਇਹਦਾ ਮਤਲਬ ਹੈ ਕਿ ਅਸੀਂ ਇਹ ਚੱਕਰ ਦੇ ਵਿੱਚ ਪਈ ਰਹੀਏ ਔਰ ਆਪਣੀ ਆਜ਼ਾਦੀ ਦੀ ਗੱਲ ਨੂੰ ਨਾ ਕਰੀਏ। ਸੁਖਬੀਰ ਸਿੰਘ ਕਹਿੰਦਾ ਪਾਣੀ ਦਾ ਤੁੱਕਾ ਜੇ ਹਰਿਆਣੇ ਨੂੰ ਚਲਾ ਗਿਆ ਮੈਂ ਸ਼ਹਾਦਤ ਦੇ ਦੇਣੀ ਹੈ। ਸੁਖਬੀਰ ਸਿੰਘ ਜੀ, ਤੁਹਾਡੀ ਸ਼ਹਾਦਤ ਦੇਣੀ, ਇਸ ਦੁਨੀਆ ਤੇ ਰਹਿਣਾ ਇੱਕੋ ਗੱਲ ਹੈ। ਸਾਨੂੰ ਕੋਈ ਫਰਕ ਨਹੀਂ ਪੈਣਾ ਤੁਹਾਡੀ ਸ਼ਹਾਦਤ ਦਾ, ਕਿਉਂ ਕਰਕੇ ਸਾਰੇ ਕੰਮ ਤੁਸੀਂ ਤੇ ਤੁਹਾਡੇ ਬਾਪੂ ਜੀ ਨੇ, ਬਾਦਲ ਦਲੀਆ ਨੇ, ਕਾਂਗਰਸੀਆਂ ਨੇ ਤੇ BJP ਨੇ ਕੀਤੇ ਹੈ। ਤੁਸੀਂ ਮੈਨੂੰ ਫਤਵਾ ਦਿੱਤਾ, ਆਮ ਪਾਰਟੀ ਹੁਣੇ ਜਿੱਤੀ ਸੀ, ਉਹਦਾ ਚੀਫ ਮਿਨਿਸਟਰ ਮੈਂਬਰ ਪਾਰਲੀਮੈਂਟ ਸੀ, ਉਹਦੀ ਜਗ੍ਹਾ ਤੁਸੀਂ ਮੈਨੂੰ ਵੋਟ ਪਾ ਕੇ ਜਿਤਾਤਾ।
ये अनोखी गल कीती है कि 4-5 महीने पहला एक सरकार बनी होवे, ਉਹਦਾ चीफ मिनिस्टर हरा देना, ਉਹਦੇ MLA हरा देने, बीजेपी कांग्रेस ते दूजियां पार्टियां बादल दलिया दी जमानत रद्द करा देनियां। ये बहुत वड्डी गल है। जो मैं पार्लीमेंट दे विच गया, तुहाडे हुक्म ते तुहाडे वोट के नाल मेरे नाल बहुत ज़्यादा MP खुश होके मिले कि आम आदमी का साडे उत्ते भी चढ़ती जाती है। हरियाणे च, गुजरात दे विच, हिमाचल दे विच ते तू सिमरनजीत सिंह इसनूं हराता है। असीं तेरा बहुत शुक्रिया करते हैं। और जदों उन्होंने पता लग्या कि सिमरनजीत सिंह मान का एक चेहरा तो जरूर है जिसने आम पार्टी को हराता, पर जिहड़ा दूजा चेहरा है आज़ादी ते खालिस्तान का, जो उन्होंने दिमाग को पता लग्या कि यह तो खालिस्तानी जिता के असी इतने जायज है, फिर उन्होंने चेहरे डुब गए। खुशी बहुत हुई। तो मेरा मतलब है कि लोगों को सारी दुनिया दे विच ये साडा पता चल रही है कि सिख कित्थे है, पर छोटे छोटे कामों दे विच सानू उलझा के रखता है। ते अपने इस चक्कर दे विचों निकल के एको चीज मन दे विच कहनी है, जो गुरु गोबिंद सिंह महाराज ने सानू हुक्म दिता है, इन गरीब सिखों को दो पातशाही। पातशाही की मतलब है जिवें नरेंद्र मोदी दिल्ली के प्राइम मिनिस्टर है, जिवें पाकिस्तान के प्राइम मिनिस्टर है, ये बादशाही होंगी है। जिहड़ा चीफ मिनिस्टर होंदा है वो छोटा होंदा है। 10वें पातशाह ने सानू ना नवाबियां दित्तियां ना चीफ मिनिस्टरियां दित्तियां। सानू हुक्म होया कि तुहाडी सोच उच्ची होवे, पर इन्ना धक्का अपने नाल हो रहा है कि असी सोचते नहीं कि असी आज़ाद होइए। आज़ादी के नाल साडे बॉर्डर पाकिस्तान के नाल खुलणगे। अज पाकिस्तान के विच कणक की घाट है। पाकिस्तान की कणक रूस तो आ रही है। क्यों नहीं पाकिस्तान ईरान इराक दियां मंडियां दे विच लेके जा सकते? 40,000 नौजवान बेरोजगार है। साडा एक चिंता खेती बाड़ी है, दूजा है ट्रांसपोर्ट। फिर साडे कोले ट्रांसपोर्ट के ट्रक होण, असीं बाहर के मुल्कां च अपनियां जिनसां बेचीए, उत्थों वापस लैके आईए। जिहड़े साडे व्यापारी हैं, साडे हिंदू भी, वो भी खट्टन ते साडे विच खुशहाली आवे। पर साडे कई लोगों को कहा जाता है कि पाकिस्तान का जे बॉर्डर खोलता तो आतंकवादी आ जाएंगे। आतंकवादी तो सानू समझती है दिल्ली वाले, और किहड़े
ਇੱਥੇ ਤੰਕਬੰਦੀ ਆ ਜਾਣਗੇ। ਜਦੋਂ ਇੱਥੇ ਹੈਗੀ ਹੈ ਤੰਕਬੰਦੀ ਹੈ, ਤੁਸੀਂ ਮੰਨਦੇ ਹੋ ਕਿ ਸਿੱਖ ਤੰਕਬੰਦੀ ਹੈ, ਫਿਰ ਤੁਸੀਂ ਦੱਸੋ ਕਿ ਇੱਕ ਤੰਕਵਾਦੀ ਦੂਜੇ ਤੰਕਵਾਦੀ ਨੂੰ ਮਦਦ ਦਊਗਾ? ਆਪ ਸੋਚਿਓ ਕਿਸੇ ਵੇਲੇ ਐਵੇਂ ਤੰਕਵਾਦੀ ਆ ਜਾਣਗੇ। ਕਿਹੜੇ ਤੰਕਵਾਦੀ ਆ ਜਾਣਗੇ? ਅੱਜ ਜਿਹੜਾ ਸਾਨੂੰ ਖਤਰਾ ਇਹ ਹੈਗਾ, ਜਿਹੜੇ ਚਿੱਟਾ, ਹੈਰੋਇਨ, ਫੀਮ, ਇਹ ਚੀਜ਼ਾਂ ਆ ਰਹੀਆਂ। परसों मैं कीरतपुर साहब गया सी, उत्थे एक नौजवान मुंडे की घरवाली, ओदी मां, ओदियां दो भैणां, वो कैनेडा विआही होई है, वो भी उस नौजवान के फुट पा रही सीगियां, रो रही सी। मैनूं कहंदियां ये चिट्टा ते हेरोइन ते जिहड़े टीके लगदे है, ये खत्म कदों होणगे? साध संगत जी, उदों खत्म होणगे जदों इत्थे सरकार आऊगी जिहड़ी सारिआं दी ढिबरी टाइट करके रखे, किसी नूं दोषी नूं छड्डे ना। ਜਿਹੜੇ ਜਿਹੜੇ ਮਿਲਾਵਟ ਕਰਦੇ ਹੈ ਸਾਡੇ ਖਾਣ ਪੀਣ ਦੇ ਵਿੱਚ, ਜਿਹੜੇ ਮਾਲ ਦਬਾ ਲੈਂਦੇ ਹੈ ਕਿ ਜਦੋਂ ਭਾਅ ਉੱਚਾ ਹੋਊਗਾ ਫੇਰ ਮਾਲ ਵੇਚਾਂਗੇ, ਇਹਨਾਂ ਸਾਰਿਆਂ ਨੂੰ ਜੇ ਸਾਡੇ ਕੋਲੇ ਆਊਗੀ ਹਕੂਮਤ, ਇਹਨਾਂ ਸਾਰਿਆਂ ਨੂੰ ਸਿੱਧਾ 3-3 ਸਾਲ ਦੇ ਲਈ ਚੀਨ ਦੇ ਬਾਰਡਰ ਲੱਦਾਖ ਦੇ ਵਿੱਚ ਭੇਜ ਦਾਂਗੇ। ਉੱਥੇ ਸੇਵਾ ਕਰਨਗੇ ਫੌਜ ਦੀ, ਰੱਖਿਆ ਦੀ, ਕਿ ਜਿਹਦੇ ਨਾਲ ਚੀਨੀ ਨਾ ਆਉਣ। ਤੁਹਾਨੂੰ ਪਤਾ ਲੱਦਾਖ ਜਿੱਥੇ 2 ਵਾਰੀ ਚੀਨੀਆਂ ਦਾ ਹਮਲਾ ਹੋਇਆ, ਇਹ ਲੱਦਾਖ ਦੀ ਧਰਤੀ 1834 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਫਤਿਹ ਕਰਕੇ ਆਪਣੇ ਸਿੱਖ ਦਰਬਾਰ ਦੇ ਨਾਲ ਇਹ ਸਾਰਾ ਲੱਦਾਖ ਲਗਾਤਾ ਸੀ। ਪਰ ਜਦੋਂ ਦਾ ਹਿੰਦੂਤਵਾ ਦਾ ਰਾਜ ਆਇਆ 1947 ਤੋਂ ਬਾਅਦ, ਲੱਦਾਖ ਵੀ ਸਾਡਾ ਲੁਟਾਤਾ ਹੈ। कश्मीर सिख फौजा ने, महाराजा रणजीत सिंह ने 1819 ਦੇ ਵਿੱਚ ਫਤਿਹ ਕੀਤਾ ਸੀ। ਉਸ ਵਕਤ ਕਸ਼ਮੀਰ ਅਫਗਾਨਿਸਤਾਨ ਦਾ ਇੱਕ ਸੂਬਾ ਹੋਇਆ ਕਰਦਾ ਸੀ। 1947 ਦੇ ਵਿੱਚ ਪੂਰਾ ਕਸ਼ਮੀਰ, ਪੂਰਾ ਲੱਦਾਖ ਹਿੰਦੂਤਵਾ ਦੇ ਰਾਜ ਨੂੰ ਆਪਾਂ ਨੇ ਦਿੱਤਾ ਹੈ। ਪਰ ਅੱਜ 1947 ਤੋਂ ਬਾਅਦ ਇਹ ਨਾ ਕਸ਼ਮੀਰ ਰੱਖ ਸਕੇ ਹੈ, ਬਹੁਤ ਹਿੱਸਾ ਪਾਕਿਸਤਾਨ ਨੂੰ ਦੇ ਦਿੱਤਾ, ਚੀਨ ਨੂੰ ਦੇ ਦਿੱਤਾ। ਫਿਰ ਸਾਧ ਸੰਗਤ ਜੀ ਦੱਸੋ ਮੈਨੂੰ, ਇਹ ਲੋਕ ਰਾਜ ਕਰਨ ਦੇ ਕਾਬਿਲ ਹੈਗੇ ਹੈ ਕਿ ਨਹੀਂ? ਮੈਨੂੰ ਤਾਂ ਨਹੀਂ ਲੱਗਦਾ। ਜਿਹੜਾ ਸਿੱਖਾਂ ਦੀਆਂ ਧਰਤੀਆਂ ਜਿੱਤੀਆਂ ਹੋਈਆਂ, ਫਤਿਹ ਕੀਤੀਆਂ ਹੋਈਆਂ, ਦੂਜੇ ਮੁਲਕਾਂ ਨੂੰ ਲੁਟਾਈ ਜਾਂਦੇ ਆ, ਤੇ ਸਿੱਖਾਂ ਦੀ ਭਰਤੀ ਬੰਦ ਕਰਤੀ ਹੈ ਫੌਜ ਦੇ ਵਿੱਚ। ਜੇ ਕਿਸੇ ਨੇ ਫੌਜ ਦੇ ਵਿੱਚ ਭਰਤੀ ਕਰਨਾ ਹੈ ਹੁਣ ਤਾਂ 4 ਸਾਲ ਦੇ ਲਈ ਹੋਊਗਾ। ਦੂਜੇ ਪਾਸੇ ਚੀਨ ਦੇ ਨਾਲ ਮੁਕਾਬਲਾ, ਚੀਨ ਦੀ ਜਿਹੜੀ ਫੌਜ ਹੈ ਉਸ ਨੇ 40 ਸਾਲ ਜਿਹੜੇ ਲੋਕਾਂ ਨੇ ਚੀਨ ਦੇ ਉੱਤੇ ਕਬਜ਼ਾ ਕੀਤਾ ਸੀ, 40 ਸਾਲ ਉਹਨਾਂ ਦੇ ਨਾਲ ਲੜੇ ਹੈ।
ਉਹਨਾਂ ਦੀ औलाद ਅੱਜ ਚੀਨ ਦੀ ਫੌਜ ਦੇ ਵਿੱਚ ਭਰਤੀ ਹੋਈ ਹੈ, ਜਿਹਦੇ ਪਿਓਆਂ ਨੇ ਦਾਦੇ ਨਾਨਿਆਂ ਨੇ ਛੋਲੇ ਖਾ ਕੇ ਗੁਜ਼ਾਰਾ ਕੀਤਾ ਕਿ ਉਹਦਾ ਮੁਕਾਬਲਾ ਇਹ ਦੂਜੇ ਲੋਕ ਕਰ ਸਕਣਗੇ। ਜਦੋਂ ਐਤਕੀ 2020 ਦੇ ਵਿੱਚ ਚੀਨ ਦੀ ਫੌਜ ਫਿਰ ਲਦਾਖ ਦੇ ਵਿੱਚ ਵੜ ਗਈ, ਫਿਰ ਮੋਦੀ ਤੇ ਬੀਜੇਪੀ ਨੇ ਕੀ ਕੀਤਾ, ਸਿੱਖਾਂ ਦੀਆਂ ਫੌਜਾਂ ਭੇਜੀਆਂ। ਜਦੋਂ ਸਿੱਖ ਫੌਜ ਯੁੱਧ ਦੇ ਵਿੱਚ ਉਤਰਦੀ ਹੈ, ਉਹਨਾਂ ਦੇ ਅੱਗੇ ਇੱਕ ਸਿੰਘ ਨਿਸ਼ਾਨ ਸਾਹਿਬ ਚੱਕਦਾ, ਉਹਦੇ ਪਿੱਛੇ ਗੁਰੂ ਗ੍ਰੰਥ ਸਾਹਿਬ ਰਾਜੇ ਹੁੰਦੇ ਹੈ ਇੱਕ ਸਿੱਖ ਦੇ ਸਿਰ ਦੇ ਉੱਤੇ। ਉਸ ਤੋਂ ਬਾਅਦ ਸਿੱਖ ਫੌਜ ਮਾਰਚ ਕਰਦੀ ਹੈ। ਜਦੋਂ ਚੀਨੀਆਂ ਨੇ ਦੇਖ ਲਿਆ ਕਿ ਸਿੱਖ ਫੌਜਾਂ ਆ ਗਈਆਂ ਤੇ ਉੱਥੇ ਦਮ ਛੱਡ ਕੇ ਅੱਗੇ ਨਹੀਂ ਵੱਧ ਸਕੇ। ਇਸੇ ਤਰ੍ਹਾਂ ਪਾਕਿਸਤਾਨ ਦਾ ਜਿਹੜਾ ਮੁਸਲਮਾਨ ਹੈ, ਪਾਕਿਸਤਾਨ ਦਾ ਬਲੋਚ ਹੈ, ਪਾਕਿਸਤਾਨ ਦਾ ਪਠਾਨ ਹੈ, ਇਹ ਬੜੇ ਤਕੜੇ ਯੋਧੇ ਹੈ ਕਿ ਇਹ ਬੀਜੇਪੀ ਦੇ ਭਈਏ ਚੀਨ ਤੇ ਪਾਕਿਸਤਾਨ ਦੀ ਫੌਜ ਦਾ ਮੁਕਾਬਲਾ ਕਰ ਲੈਣਗੇ। ਮੇਰਾ ਨਹੀਂ ਖਿਆਲ 1965 ਦੇ ਵਿੱਚ ਇਹ ਲੜਾਈ ਪਾਕਿਸਤਾਨ ਦੇ ਨਾਲ ਹੋਈ। ਪਾਕਿਸਤਾਨ ਅੱਗੇ ਵਧ ਰਿਹਾ ਸੀ ਤੇ ਜਿਹੜੇ ਹਿੰਦੁਸਤਾਨ ਦੇ ਦੂਜੇ ਗੈਰ ਪੰਜਾਬ ਤੋਂ ਫੌਜ ਸੀ, ਉਹ ਆਪਣੀਆਂ ਤੋਪਾਂ ਤੇ ਆਪਣੀ ਦੂਜਾ ਲੜਾਈ ਦਾ ਸਮਾਨ ਛੱਡ ਕੇ ਪਿੱਛੇ ਪੈੜੀਆਂ ਦੇ ਕਮਾਦਾਂ ਚ ਵੜ ਗਏ। ਫਿਰ ਕਿਸਾਨਾਂ ਨੇ ਤੁਸੀਂ ਆਪਣੇ ਟਰੈਕਟਰ ਕੱਢ ਕੇ ਉਹ ਤੋਪਾਂ ਵਾਪਸ ਲਿਆਂਦੀਆਂ। ਜੇ ਇੱਕ ਸਿੱਖ ਸਿਪਾਹੀ ਵੀ ਹੈ, ਯੋਧਾ ਵੀ ਹੈ, ਫਿਰ ਉਹਦੀ ਭਰਤੀ ਰੋਕ ਕੇ ਕਿ ਮੋਦੀ ਸਰਕਾਰ ਆਪਣੇ ਪੈਰਾਂ ਤੇ ਕੁਹਾੜੀ ਨਹੀਂ ਮਾਰ ਰਹੀ। ਇਹ ਸੋਚਣ ਦੀ ਗੱਲ ਹੈ ਕਿ ਤੁਸੀਂ ਮੁਕਾਬਲਾ ਨਹੀਂ ਕਰ ਸਕਦੇ, ਨਾ ਪਾਕਿਸਤਾਨ ਦੇ ਨਾਲ ਕਰ ਸਕਦੇ ਹੋ, ਨਾ ਚੀਨ ਦੇ ਖਿਲਾਫ ਕਰ ਸਕਦੇ ਹੋ। ਤੁਸੀਂ ਸਿਰਫ ਮਤਸਬਪੁਣਾ ਛੱਡ ਕੇ ਰਾਜ ਕਰ ਰਹੇ ਹੋ। ਜਿਹੜੇ ਬਲਾਤਕਾਰੀ ਹੈ, ਜਿਨ੍ਹਾਂ ਨੇ ਕਤਲ ਕੀਤੇ ਹੈ, ਉਹਨਾਂ ਨੂੰ 15 ਅਗਸਤ ਨੂੰ ਰਿਹਾ ਕਰ ਦੇਣਾ। ਲੋਕਾਂ ਕੋਲੇ ਕੀ ਸੁਣਿਆ ਜਾ ਰਿਹਾ ਹੈ ਕਿ ਜਿਹੜੀ ਹਿੰਦੂਤਵਾ ਦੇ ਲੋਕ ਹੈ ਉਹ ਜਿੰਨਾ ਮਰਜ਼ੀ ਬਲਾਤਕਾਰ ਕਰਦੇ, ਜਿੰਨੇ ਮਰਜ਼ੀ ਕਤਲ ਕਰਦੇ, ਉਹਨਾਂ ਨੂੰ ਹਿੰਦੂਤਵਾ ਦੀ ਸਰਕਾਰ ਛੱਡ ਦੇਊਗੀ। ਇਹ ਸੁਨੇਹਾ ਮਿਲਿਆ। ਜਿਹੜੀ ਆਦਮੀਆਂ ਨੇ ਬੀਬੀ ਬਾਣੋ ਮੁਸਲਮਾਨ ਦੇ ਬਲਾਤਕਾਰ ਕੀਤੇ ਸੀ, ਉਹਦੇ ਰਿਸ਼ਤੇਦਾਰ ਮਾਰ ਦਿੱਤੇ ਸੀ, ਉਹ ਕਾਤਲਾਂ ਨੂੰ ਮੋਦੀ ਨੇ 15 ਅਗਸਤ ਨੂੰ ਰਿਹਾ ਕਰਤਾ। ਉਹ ਹੁਣ ਬੀਬੀ ਬਾਣੋ ਦੇ ਗਵਾਂਢ ਆ ਗਈ ਹੈ। ਹੁਣ ਬੀਬੀ ਬਾਣੋ ਆਪਣੇ ਘਰ ਤੋਂ ਬਾਹਰ ਕਿਵੇਂ ਨਿਕਲੂਗੀ ਕਿ ਬਲਾਤਕਾਰੀ ਵੀ ਉਹਨੂੰ ਦਿਖਣਗੇ ਤੇ ਆਪਣੇ ਰਿਸ਼ਤੇਦਾਰਾਂ ਦੇ
कातल भी दिखणगे जो इन्होंने बदमाशा ने बीबी बाणो के उत्ते हमला किया। ओदी 7 साल की धी सी, वो डर गई, जिहड़ी भीड़ उहदे वल आ गई सी, उन्हें अपनी मां नूं जफ्फी पा ली लत्तां तो। साध संगत जी, ये भीड़ ने वो छोटी मायूस लड़की के वट्टे मार मार के सिर भी पाड़ता। और साडे अंग्रेजे सिखां दा की हाल है? इन्हां दी तरक्की कदों होगी? कदों इन्हां दे लई चंगे स्कूल खुलणगे? आपां सारे पिंडां च रहिंदे हैं, वेड़े असीं देखे है, एक कमरा ते जे जवाई ते धिया दे वो भी उसे कमरे, जे मुंडा ब्याया जाए वो ते उहदी वोटी उसे कमरे, शीतल ठंड पै जाए ते डंगर बच्चा भी उसे कमरे। ये कोई साध संगत जी धरती है गरीबों के लिए? इन्हों तो राज सानू खोना पऊगा, राज की गल करनी पऊगी। है भी इधर उधर दिया। सुखबीर सिंह कहता मैं शहीद हो जाऊंगा। दसो पहला तो होया ना जो गुरु महाराज की बेअदबियां करा दिया, 328 मारन के स्रोत बेचते या गुमराह करते, पता नहीं की किया। हुण 15 तरीक को अपनी पार्टी अमृतसर दरबार साहब के सामने एक बहुत बड़ा मुजाहरा कर रही है कि 11 साल तो साडी सिखां की बैठक SCPC के इलेक्शन नहीं होए, वो इलेक्शन कराइए। अपनी ताकत ये बादल जलियां को खोइए और SCPC को सवारिए। उत्थे हुण महंत हजा उन्होंने कब्जे कर लिए गुरुद्वारे से। 15 सितंबर को आप जी जो मैं बेनती करता हिंदू मुसलमान सिखां नूं कि तुसीं उत्थे जरूर पहुंचना है। मैं बहुत ऋणी हाँ हरदेव सिंह पप्पू जी का, करनैल सिंह नारीके साहब का, बहादुर सिंह जी का, गुरदेव सिंह जी का, जसवंत सिंह चीमा का, सुरजीत सिंह रायकोट का, प्रीतम सिंह मानगढ़ साहब का, जसवीर सिंह का, बीबी गगनदीप कौर, जेड़े साडे दखे के जथेदार हैं, बीबी कमलजीत कौर, ते साडे बहुत उच्चे ते वड्डे वकील सरदार राजदेव सिंह, जेड़े तुहाडे MP मेरे पहलों रहे हैं। कोई भी दुख होवे वकालत का इन्हां दे कोले तुसीं जा सकते हो। बेशक हाई कोर्ट का होवे, सुप्रीम कोर्ट का होवे, ये तुहानूं पूरी पक्की राय दे सकते हैं। हुण संगरूर दे विच PGI खुल गई है, संगरूर दे विच कैंसर का हस्पताल खुल गया। हुण तुहानूं CMC TMC जाण की लोड़ नहीं है। कोई तकलीफ होवे साडे जथेदार कट्टू जी आ सारे जिन्हां दे नाम लए है, तुसीं हुण उत्थे
तकलीफ के समय जाना, कोई लुधियाना, कोई चंडीगढ़, कोई बठिंडे, कोई राजस्थान जान की हुण आपां नूं लोड़ नहीं है। सो मैं आस करता कि जिहड़ा पहला काम मैं कीता सी जदों तुसीं MP बनाए सी, उदों संगरूर की PGI का नींह पत्थर मैं रखता सी। मेरे तो बाद जिहड़ा शुक्ला साहब सिंगला साहब जिहड़े MP बने, उन्होंने फिर पूरा करता PGI अज तुहाडे संगरूर दे विच हैगी है। सरकारी हस्पताल है, वड्डे वड्डे माहर ने, कैंसर होवे तां तुसीं तां भी संगरूर के कैंसर हस्पताल च जा सकते हो। और बाकी की किहड़ी तकलीफ होवे मैनूं दस सकते हो। मैं हमेशा तुहाडे नाल है, किसी के उत्ते रोक नहीं। और आस करते कि तुहाडी सरकार